ਮਿਹਰਾਂ ਦੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰਸ ਕਰਕੇ ਸਾਨੂੰ ਸੰਸਾਰਿਕ ਜੀਵਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਰਹੇ ਹਨ। ਸਾਨੂੰ ਸੰਸਾਰਿਕ ਜੀਵਾਂ ਨੂੰ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਪ ਸਰਬਤ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੇ ਮੁਬਾਰਕ ਉਪਦੇਸ਼ ਨੂੰ ਸਰਵਣਿਆ ਹੈ। ਆਓ ਮਨੋਂ ਬਿਰਤੀਆਂ ਕਰੀਏ ਇਕਾਗਰ, ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ, ਗੁਰ ਉਪਦੇਸ਼ ਨੂੰ ਸਮਝੀਏ, ਵਿਚਾਰੀਏ ਅਤੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਜੀ। ਵਾਹਿਗੁਰੂ ਜੀ ਸੋਹੇ ਮਹੱਲਾ ਪੰਜਵਾਂ। ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਸੂਹੇ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਵ ਪੰਚਮ ਸ਼ਹਿਨਸ਼ਾਹ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਵਾਕ ਹੈ। ਤੋ ਸਤਿਗੁਰਾਂ ਨੇ ਇਸ ਹੁਕਮ ਨੂੰ 739 ਅੰਕ ਤੇ ਸੁਭਾਏਮਾਨ ਕੀਤਾ ਹੈ। ਤੋ ਸਤਿਗੁਰੂ ਜੀ ਹੁਕਮ ਦੁਆਰਾ ਸਾਨੂੰ ਸਮਝਾ ਕੀ ਰਹੇ ਨੇ। ਆਓ ਮਨੋਂ ਬਿਰਤੀਆਂ ਇਕਾਗਰ ਕਰੀਏ, ਗੁਰ ਉਪਦੇਸ਼ ਨੂੰ ਸਮਝੀਏ ਜੀ। ਸਹਿਜ ਕਥਾ ਪ੍ਰਭ ਕੀ ਆਤ ਮਿੱਠੀ। ਸਤਿਗੁਰਾਂ ਨੇ ਰਹਾਉ ਵਾਲੇ ਬੰਦ ਅੰਦਰ ਸਮਝਾਉਣਾ ਕੀਤਾ, ਕਿਉਂਕਿ ਰਹਾਉ ਸ਼ਬਦ ਦਾ ਕੇਂਦਰੀ ਭਾਵ ਹੈ। ਰਹਾਉ ਸ਼ਬਦ ਦਾ ਸੈਂਟਰਲ ਏਰੀਆ ਹੈ। ਦਾਤਾਰ ਜੀ ਰਹਿਮਤ ਕਰਕੇ ਸਮਝਾ ਰਹੇ ਨੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ। ਜਦੋਂ ਸਹਿਜ ਅਵਸਥਾ ਆ ਜਾਵੇ ਤੇ ਸਾਹਿਬ ਜੀ ਕਹਿ ਰਹੇ ਹਨ, ਇਸ ਬਾਤ ਨੂੰ ਕਥਾ ਇਸ ਦੀ ਕਰਨੀ, ਇਸ ਬਾਤ ਨੂੰ ਅਕਥ ਕਰਨਾ ਗਿਣਤੀਆਂ ਮਿਣਤੀਆਂ ਤੋਂ ਪਰੇ ਹੈ, ਕਿਉਂਕਿ ਸਹਿਜ ਰੱਬ ਜੀ ਦੇ ਨਾਲ ਮਿਲਾਪ ਹੋ ਜਾਂਦਾ ਹੈ। ਗੁਰੂ ਕੇ ਨਾਮ ਨੂੰ ਕਥਿਆ ਨਹੀਂ ਜਾ ਸਕਦਾ, ਗੁਰੂ ਕੇ ਨਾਮ ਨੂੰ ਸੰਪੂਰਨ ਤੌਰ ਤੇ ਵਰਣਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਹ ਸਮੁੰਦਰ ਹਨ ਜਿਸ ਦੀ ਡੂੰਘਾਈ ਨਹੀਂ ਨਾਪੀ ਜਾ ਸਕਦੀ, ਜਿਸ ਦੀ ਚੌੜਾਈ ਨਹੀਂ ਨਾਪੀ ਜਾ ਸਕਦੀ। ਸਤਿਗੁਰੂ ਜੀ ਉਹ ਵਿਸ਼ਾਲ ਸਾਗਰ ਨੇ ਜਿਸ ਦੀ ਡੂੰਘਾਈ ਚੌੜਾਈ ਲੰਬਾਈ ਨਹੀਂ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਅਥਾਹ ਹੈ, ਗੁਰੂ ਅਗਾਧ ਬੋਧ ਹੈ। ਇਸ ਲਈ ਮਨੁੱਖ ਜਿਤਨਾ ਗੁਰਮੁਖੋ ਸਤਿਗੁਰਾਂ ਦੀ ਬਾਣੀ ਜੈਸੀ ਭਾਵਨਾ ਦੇ ਨਾਲ ਪੜ੍ਹੇਗਾ, ਇਸ ਮਨੁੱਖ ਨੂੰ ਉਸੇ ਤਰ੍ਹਾਂ ਸਮਝ ਆਏਗੀ। ਜੇ ਵੇਖੋ, ਮਨੁੱਖ ਸਮੁੰਦਰ ਦੇ ਕਿਨਾਰੇ ਹੈ, ਇੱਕ ਮਨੁੱਖ ਸਮੁੰਦਰ ਦੇ ਕਿਨਾਰੇ ਚੱਲ ਰਿਹਾ ਹੈ, ਕਿਉਂਕਿ ਕਿਨਾਰੇ ਤੋਂ ਸਮੁੰਦਰ ਉਸਨੂੰ ਉਸ ਦੀਆਂ ਅੱਖਾਂ ਦੇ ਨਾਲ ਜਿਸ ਤਰ੍ਹਾਂ ਦਿਸ ਰਿਹਾ ਹੈ। ਦੂਸਰਾ ਅੱਗੇ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਨਹਾ ਰਿਹਾ ਹੈ। ਤੀਸਰਾ ਕਿਸ਼ਤੀ ਦੇ ਉੱਪਰ ਸਮੁੰਦਰ ਦੇ ਵਿਚਕਾਰ ਗਿਆ। ਚੌਥਾ ਇਸ ਸਮੁੰਦਰ ਦੀ ਡੂੰਘਾਈ ਨਾਪਣ ਵਾਲਾ ਗੋਤਾਖੋਰ ਉਹ ਥੱਲੇ ਧਰਤੀ ਦੇ ਪਾਣੀ ਦੇ ਵਿੱਚ ਗਿਆ ਤੇ ਭਾਗਾਂ ਵਾਲਿਓ ਚਾਰਾਂ ਨੇ ਸਮੁੰਦਰ ਨੂੰ ਦੇਖਣਾ ਕੀਤਾ। ਜਿਹੜਾ ਸਮੁੰਦਰ ਬਾਹਰ ਖੜ ਕੇ ਦੇਖ ਰਿਹਾ ਹੈ ਉਸ ਨੂੰ ਹੋਰ ਨਜ਼ਰੀਏ ਦੇ ਨਾਲ ਦਿਖੇਗਾ, ਜਿਹੜਾ ਲਹਿਰਾਂ ਦੇ ਵਿੱਚ ਨਹਾ ਰਿਹਾ ਹੈ ਉਸ ਨੂੰ ਹੋਰ ਨਜ਼ਰੀਏ ਦੇ ਨਾਲ ਦਿਸੇਗਾ, ਜਿਹੜਾ ਸਮੁੰਦਰ ਦੇ ਵਿਚਕਾਰ ਕਿਸ਼ਤੀ ਲੈ ਕੇ ਗਿਆ ਉਸ ਨੂੰ ਹੋਰ ਨਜ਼ਰੀਏ ਦੇ ਨਾਲ ਦਿਖੇਗਾ, ਜਿਹੜਾ ਸਮੁੰਦਰ ਦੀ ਡੂੰਘਾਈ ਦੇ ਵਿੱਚ ਚਲਾ ਗਿਆ ਸਾਹਿਬ ਜੀ ਕਹਿ ਰਹੇ ਹਨ ਉਸ ਨੂੰ ਹੀਰੇ ਜਵਾਹਰਾਤ ਮਿਲ ਜਾਣਗੇ ਤੇ ਹੋਰ ਨਜ਼ਰੀਏ ਦੇ ਨਾਲ ਉਸ ਨੂੰ ਸਮੁੰਦਰ ਦਿਖੇਗਾ। ਚਾਰਾਂ ਨੂੰ ਪੁੱਛਿਆ ਜਾਵੇ, ਚਾਰਾਂ ਦੀਆਂ ਗੁਰਮੁਖੋ ਕਹਿਣ ਦਾ ਅੱਡੋ ਅੱਡੀ ਭਾਵ ਹੋਵੇਗਾ, ਚਾਰਾਂ ਦੇ ਦੱਸਣ ਦਾ ਤਰੀਕਾ ਵੱਖਰੋ ਵੱਖਰਾ ਹੋਵੇਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਉਸ ਨੂੰ ਦਿਸ ਰਿਹਾ ਹੈ, ਜੋ ਲਹਿਰਾਂ ਦਾ ਆਨੰਦ ਮਾਣ ਰਿਹਾ ਹੈ ਉਹ ਲਹਿਰਾਂ ਦੇ ਤਰੀਕੇ ਦੁਆਰਾ ਦੱਸੇਗਾ,
ਕਿ ਇੱਥੋਂ ਸਮੁੰਦਰ ਇਹੋ ਜਿਹਾ ਲੱਗਦਾ ਹੈ, ਜੋ ਬਾਹਰ ਖੜ ਕੇ ਦੇਖ ਰਿਹਾ ਹੈ ਉਹ ਆਪਣੇ ਤਰੀਕੇ ਦੁਆਰਾ ਦੱਸੇਗਾ ਵੀ ਇਹੋ ਜਿਹਾ ਲੱਗ ਰਿਹਾ ਹੈ। ਜਿਹੜਾ ਕਿਸ਼ਤੀ ਲੈ ਕੇ ਸਮੁੰਦਰ ਦੇ ਵਿਚਕਾਰ ਚਲਾ ਗਿਆ ਉਹ ਆਪਣੇ ਤਰੀਕੇ ਨਾਲ ਦੱਸੇਗਾ ਵੀ ਸਮੁੰਦਰ ਇਹੋ ਜਿਹਾ ਹੈ। ਜਿਹੜਾ ਸਮੁੰਦਰ ਦੀ ਗਹਿਰਾਈ ਦੇ ਵਿੱਚ ਚਲਾ ਗਿਆ ਤੇ ਗੁਰਮੁਖੋ ਉਹ ਕਹੇਗਾ ਸਮੁੰਦਰ ਵਿੱਚੋਂ ਬੜਾ ਸੋਹਣਾ ਹੈ, ਵਿੱਚੋਂ ਹੀਰੇ ਜਵਾਹਰਾਤ ਖਜ਼ਾਨਾ ਮੈਨੂੰ ਮਿਲਿਆ। ਤੇ ਸਤਿਗੁਰਾਂ ਦੀ ਬਾਣੀ ਵੀ ਗੁਰਮੁਖੋ ਉਹੀਓ ਹੈ। ਗੁਰੂ ਦੀ ਬਾਣੀ ਨੂੰ ਅਸੀਂ ਜਿਸ ਨਜ਼ਰੀਏ ਦੇ ਨਾਲ ਦੇਖਾਂਗੇ, ਜੇ ਸਤਿਗੁਰਾਂ ਦੀ ਬਾਣੀ ਨੂੰ ਕੇਵਲ ਗੁਰੂ ਕੇ ਚਰਨਾਂ ਵਿੱਚ ਆਏ ਮੱਥਾ ਟੇਕਿਆ ਗਿਆ ਤੇ ਗੁਰਮੁਖੋ ਬਾਹਰੋਂ ਬਾਹਰ ਮਨੁੱਖ ਚਲਾ ਗਿਆ, ਸਤਿਗੁਰਾਂ ਦੀ ਬਾਣੀ ਨੂੰ ਅੰਦਰ ਨਹੀਂ ਵਸਾਇਆ, ਸਤਿਗੁਰੂ ਜੀ ਕਹਿ ਰਹੇ ਹਨ ਉਸ ਮਨੁੱਖ ਵਰਗਾ ਹੈ ਜਿਹੜਾ ਸਮੁੰਦਰ ਦੇ ਬਾਹਰ ਖੜਾ ਹੈ, ਬਾਹਰ ਖੜ ਕੇ ਤੱਕ ਰਿਹਾ ਹੈ, ਕਿਉਂਕਿ ਅੰਦਰ ਆਨੰਦ ਨਹੀਂ ਲੈ ਸਕਿਆ। ਦੂਸਰਾ ਜਿਹੜਾ ਲਹਿਰਾਂ ਦੇ ਵਿੱਚ ਨਹਾ ਰਿਹਾ ਹੈ, ਸਤਿਗੁਰੂ ਜੀ ਕਹਿ ਰਹੇ ਹਨ ਆਇਆ ਤੇ ਗੁਰੂ ਕੇ ਚਰਨਾਂ ਵਿੱਚ, ਪਰ ਇਸ ਨੇ ਸੁਣਿਆ ਕੁਝ ਨਹੀਂ, ਇਸ ਨੇ ਗੁਰੂ ਕੀ ਮੰਨੀ ਨਹੀਂ। ਤੀਸਰਾ ਕਿਸ਼ਤੀ ਲੈ ਕੇ ਜੋ ਵਿਚਕਾਰ ਗਿਆ ਹੈ, ਸਤਿਗੁਰੂ ਜੀ ਉਸੇ ਤਰ੍ਹਾਂ ਕਹਿ ਰਹੇ ਨੇ ਮਨੁੱਖ ਇਸ ਪੰਥ ਦੇ ਵਿੱਚ ਵੀ ਆਇਆ, ਕਿਉਂਕਿ ਨਾਨਕ ਕਹਿਤ ਮੁਕਤ ਪੰਥ ਇਹ ਗੁਰਮੁਖ ਹੋਏ ਤੁਮ ਪਾਵੋ। ਗੁਰਮੁਖ ਵਾਲੀ ਅਵਸਥਾ ਨਹੀਂ ਬਣਾਈ। ਸਾਹਿਬ ਜੀ ਕਹਿ ਰਹੇ ਹਨ ਰੱਬ ਨੂੰ ਪਾਇਆ ਕਿਵੇਂ ਜਾ ਸਕਦਾ ਹੈ, ਇਹ ਪਹਿਰਾਵਾ ਵੀ ਧਾਰਨ ਕਰ ਲਿਆ, ਇਸ ਬਾਤ ਦਾ ਵੀ ਪਤਾ ਹੈ ਕਿ ਇਸ ਰਸਤੇ ਤੇ ਤੁਰਿਆ ਕਿਵੇਂ ਜਾ ਸਕਦਾ ਹੈ, ਰੱਬ ਜੀ ਦੀ ਇਬਾਦਤ ਕਿਵੇਂ ਕੀਤੀ ਜਾ ਸਕਦੀ ਹੈ। ਤੇ ਭਾਗਾਂ ਵਾਲਿਓ ਆਪ ਕਦੀ ਨਿਤਨੇਮ ਨਹੀਂ ਕੀਤਾ, ਆਪ ਕਦੀ ਸਮੇਂ ਸਿਰ ਅੰਮ੍ਰਿਤ ਵੇਲੇ ਉੱਠੇ ਨਹੀਂ। ਅਸੀਂ ਦੂਜਿਆਂ ਨੂੰ ਕਹਿ ਰਹੇ ਹਾਂ, ਸਤਿਗੁਰੂ ਜੀ ਕਹਿ ਰਹੇ ਹਨ ਅਵਰੈ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ। ਸਾਹਿਬ ਕਹਿ ਰਹੇ ਹਨ ਤੇਰੇ ਆਪਣੇ ਮੂੰਹ ਦੇ ਵਿੱਚ ਰੇਤ ਹੈ, ਤੂੰ ਹੋਰਾਂ ਨੂੰ ਉਪਦੇਸ਼ ਦੇਈ ਜਾ ਰਿਹਾ ਹੈ। ਆਪਣੇ ਮੰਜੇ ਥੱਲੇ ਸੋਟਾ ਨਹੀਂ ਮਾਰਦਾ, ਸਭ ਤੋਂ ਪਹਿਲੋਂ ਆਪਾ ਸਵਾਰਨਾ ਕਰ, ਫਿਰ ਕਿਸੇ ਨੂੰ ਕਹਿ ਸਕਦੇ ਹਾਂ। ਇਸ ਲਈ ਸਤਿਗੁਰੂ ਜੀ ਕਹਿ ਰਹੇ ਨੇ ਜੋ ਤੀਜਾ ਮਨੁੱਖ ਸਮੁੰਦਰ ਦੇ ਵਿਚਕਾਰ ਚਲਾ ਗਿਆ, ਉਸ ਮਨੁੱਖ ਨੂੰ ਸਮੁੰਦਰ ਉਹੋ ਜਿਹਾ ਦਿਸਦਾ ਹੈ। ਮਨੁੱਖ ਨੂੰ ਪਤਾ ਹੈ ਕਿ ਸਾਡਾ ਸਿੱਖ ਇਤਿਹਾਸ ਬੜਾ ਵੱਡਾ ਹੈ, ਸਾਡਾ ਸਿੱਖ ਧਰਮ ਬੜਾ ਵੱਡਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿ ਕੀ ਰਹੇ ਨੇ, ਪਤਾ ਸਭ ਕੁਝ ਹੈ ਅਮਲ ਨਹੀਂ ਕੀਤਾ। ਤੇ ਭਾਗਾਂ ਵਾਲਿਓ ਸਤਿਗੁਰੂ ਜੀ ਕਹਿ ਰਹੇ ਹਨ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਮਨੁੱਖ ਕਿਸ਼ਤੀ ਲੈ ਕੇ ਸਮੁੰਦਰ ਦੇ ਵਿਚਕਾਰ ਤੇ ਚਲਾ ਗਿਆ, ਪਰ ਉਸ ਸਮੁੰਦਰ ਦੇ ਵਿੱਚ ਨਹੀਂ ਦੇਖਿਆ ਸਮੁੰਦਰ ਦੇ ਵਿਚਕਾਰ ਕੀ ਹੈ। ਤੇ ਜੋ ਚੌਥਾ ਸੀ ਉਹ ਸਮੁੰਦਰ ਦੇ ਵਿਚਕਾਰ ਚਲਾ ਗਿਆ, ਡੂੰਘਾਈ ਦੇ ਵਿੱਚ ਚਲਾ ਗਿਆ। ਸਤਿਗੁਰੂ ਜੀ ਕਹਿ ਰਹੇ ਹਨ ਇੱਥੇ ਅਵਸਥਾ ਵਾਲੇ ਦੀ ਬਾਤ ਹੈ ਜਿਸ ਨੇ ਗੁਰੂ ਕੀ ਬਾਣੀ ਦੇ ਡੂੰਘਾਈ ਨੂੰ ਨਾਪਣਾ ਕੀਤਾ, ਭਾਵ ਡੂੰਘਾਈ ਦੇ ਵਿੱਚ ਜਾ ਕੇ ਗੁਰੂ ਕੀ ਬਾਣੀ ਨੂੰ ਸਮਝਣਾ ਕੀਤਾ। ਸਤਿਗੁਰਾਂ ਦੀ ਇੱਕ ਇੱਕ ਪੰਕਤੀ ਦੇ ਅਰਥ ਬੜੇ ਡੂੰਘੇ ਨੇ। ਮਨੁੱਖ ਦਾ ਸਾਰਾ ਜੀਵਨ ਸਮਾਪਤ ਹੋ ਜਾਵੇਗਾ, ਬੰਦਾ ਕਵੇ ਮੈਂ ਸਤਿਗੁਰਾਂ ਦੀ ਬਾਣੀ ਦੀ ਇੱਕ ਪੰਕਤੀ ਦਾ ਵੀ ਅੰਤ ਨਹੀਂ ਪਾ ਸਕਦਾ, ਗੁਰੂ ਦੀ ਬਾਣੀ ਦੀਆਂ ਅੰਤ ਦੀਆਂ ਗੱਲਾਂ ਕਰਦਾ ਹੈ। ਸਾਹਿਬ ਕਹਿ ਰਹੇ ਹਨ ਇੱਕ ਪੰਕਤੀ ਤੂੰ ਗੁਰੂ ਦੀ ਬਾਣੀ ਦੀ ਵਿਚਾਰੇਗਾ, ਅੱਗੇ ਅੱਗੇ ਵਿਚਾਰ ਤੁਰਦੀ ਜਾਵੇਗੀ, ਪਰ ਵਿਚਾਰ ਕਦੀ ਖਤਮ ਨਹੀਂ ਹੋਵੇਗੀ, ਮਨੁੱਖ ਦਾ ਜੀਵਨ ਸਮਾਪਤ ਹੋ ਜਾਵੇਗਾ। ਅੰਤ ਕੋ ਪਾਵਨ ਜੋ ਗਏ ਸੇ ਆਏ ਅੰਤ ਗਵਾਏ। ਚੌਥੇ ਮਨੁੱਖ ਨੇ ਗੁਰੂ ਕੀ ਬਾਣੀ ਨੂੰ ਅੰਦਰੋਂ ਡੂੰਘਾਈ ਦੇ ਵਿੱਚੋਂ ਜਾਣਨਾ ਕੀਤਾ, ਸਮਝਣਾ ਕੀਤਾ, ਆਪਣੇ ਜੀਵਨ ਵਿੱਚ ਲਾਗੂ ਕਰ ਲਿਆ। ਤੇ ਗੁਰੂ ਜੀ ਨੇ ਕਹਿ ਦਿੱਤਾ ਸਹਿਜ ਕਥਾ ਪ੍ਰਭ ਕੀ ਅਤ ਮਿੱਟੀ। ਉਸ ਦੇ ਜੀਵਨ ਦੀ ਕਥਾ ਨਿਆਰੀ ਹੋ ਗਈ, ਉਸ ਦੇ ਜੀਵਨ ਦੀ ਜਾਂਚ ਨਿਆਰੀ ਹੋ ਗਈ, ਉਸ ਦੇ ਜੀਵਨ ਦਾ ਢੰਗ ਨਿਆਰਾ ਹੋ ਗਿਆ, ਕਿਉਂਕਿ ਗੁਰੂ ਕੀ ਬਾਣੀ ਅਕਥ ਹੈ, ਕਥਿਆ ਨਹੀਂ ਜਾ ਸਕਦੀ, ਕਥੀ ਨਹੀਂ ਜਾ ਸਕਦੀ, ਸੰਪੂਰਨ ਤੌਰ ਤੇ ਬਿਆਨ ਨਹੀਂ ਕੀਤੀ ਜਾ ਸਕਦੀ। ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਤਿੰਨ ਸਿੱਖ ਆਏ, ਭਾਈ ਕੇਦਾਰਾ, ਮਕੰਦੂ ਅਤੇ ਝਾੜੂ। ਤਿੰਨ ਸਿੱਖ ਨੇ ਗੁਰਮੁਖੋ, ਤਿੰਨੇ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਦੀਵਾਨ ਤੋਂ ਸਮਾਪਤੀ ਤੋਂ ਬਾਅਦ ਉੱਠੇ।
ਸਤਿਗੁਰੂ ਜੀ ਗੁਰਮੁਖੋ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਕੇ ਹਟੇ ਸਨ। ਸਤਿਗੁਰੂ ਜੀ ਸਮਝਾ ਰਹੇ ਸਨ ਬਾਣੀ ਦੀ ਪਰਿਭਾਸ਼ਾ, ਕੀਰਤਨ ਦੀ ਪਰਿਭਾਸ਼ਾ ਅਤੇ ਗੁਰਮੁਖੋ ਕਥਾ ਦੀ ਪਰਿਭਾਸ਼ਾ। ਸਤਿਗੁਰਾਂ ਨੇ ਜਦੋਂ ਤਿੰਨੇ ਬਾਤਾਂ ਦੀ ਪਰਿਭਾਸ਼ਾ ਸਮਝਾਈ ਤੇ ਤਿੰਨੋਂ ਸਿੱਖ ਭਾਈ ਮਕੰਦੂ ਅਤੇ ਕਦਾਰਾ ਤਿੰਨੇ ਗੁਰਮੁਖੋ ਸਤਿਗੁਰਾਂ ਦੇ ਚਰਨਾਂ ਵਿੱਚ ਉੱਠੇ। ਸਤਿਗੁਰਾਂ ਦੇ ਚਰਨਾਂ ਵਿੱਚ ਜੋਦੜੀ ਕੀਤੀ, ਦਾਤਾ ਜੀ ਬਾਣੀ ਅੰਦਰ ਨਹੀਂ ਵਸਦੀ, ਅੰਦਰ ਲਿਵ ਨਹੀਂ ਜੁੜਦੀ, ਕਿਵੇਂ ਲਿਵ ਨੂੰ ਜੋੜਿਆ ਜਾਵੇ? ਸਤਿਗੁਰੂ ਜੀ ਕਹਿਣ ਲੱਗੋ ਸਿੱਖੋ, ਤਿੰਨਾਂ ਨੇ ਪੁੱਛਿਆ ਸਤਿਗੁਰੂ ਜੀ ਕਥਾ ਤੋਂ ਕੀ ਭਾਵ, ਬਾਣੀ ਤੋਂ ਕੀ ਭਾਵ, ਕੀਰਤਨ ਤੋਂ ਕੀ ਭਾਵ ਹੈ? ਤੇ ਸਤਿਗੁਰੂ ਜੀ ਕਹਿ ਰਹੇ ਹਨ ਗੁਰੂ ਕੀ ਬਾਣੀ ਉਹ ਰਸ ਹੈ ਜਦੋਂ ਪੜ੍ਹੇਗਾ ਮਨੁੱਖ ਜਿਸ ਤਰ੍ਹਾਂ ਹੁੰਜੇ ਦੇ ਨਾਲ ਬੋਕਰ ਦੇ ਨਾਲ ਆਪਣਾ ਘਰ ਸਾਫ਼ ਕਰਦਾ ਹੈ, ਘਰ ਦੇ ਵਿੱਚ ਸਫਾਈਆਂ ਕਰਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ ਗੁਰੂ ਕੀ ਬਾਣੀ ਉਹ ਗਿਆਨ ਦਾ ਚਾਨਣ ਹੈ, ਉਹ ਗਿਆਨ ਦਾ ਝਾੜੂ ਹੈ ਜੋ ਤੇਰੇ ਮਨ ਦੇ ਵਿੱਚੋਂ ਵਿਕਾਰ ਪੂਰਾ ਕਰਗਟ ਹੂੰਝ ਕੇ ਪਾਸੇ ਰੱਖ ਦੇਵੇਗੀ। ਤੇ ਉਸ ਤੋਂ ਬਾਅਦ ਸਤਿਗੁਰੂ ਜੀ ਕਹਿਣ ਲੱਗੇ ਕੀਰਤਨ ਉਹ ਜ਼ੋਰਦਾਰ ਬਰਸਾਤ ਹੈ, ਜ਼ੋਰ ਦੀ ਬਰਸਾਤ ਹੋਈ ਗਲੀਆਂ ਦਾ ਸਾਰਾ ਕੂੜਾ ਕਰਗਟ ਰੋੜ ਕੇ ਲੈ ਜਾਂਦੀ ਹੈ। ਸਤਿਗੁਰੂ ਜੀ ਕਹਿ ਰਹੇ ਹਨ ਜਦੋਂ ਕੀਰਤਨ ਹੋਵੇਗਾ ਧਿਆਨ ਦੇ ਨਾਲ ਸੁਣੀ, ਤੇਰੇ ਮਨ ਦੇ ਵਿੱਚੋਂ ਸਾਰਾ ਕੂੜਾ ਕਰਗਟ ਜੋ ਢੇਰ ਲੱਗੇ ਪਏ ਨੇ ਜਨਮਾਂ ਜਨਮਾਂ ਤੋਂ ਇਸ ਨੂੰ ਜੋੜੀ ਬੈਠਾ ਹੈ, ਕੀਰਤਨ ਸਭ ਕੁਝ ਰੋੜ ਕੇ ਲੈ ਜਾਵੇਗਾ। ਕੀਰਤਨ ਉਹ ਰੱਬ ਦੀ ਦਾਤ ਹੈ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹੈ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਗੁਰੂ ਕੀ ਬਾਣੀ ਦਾ ਕੀਰਤਨ ਗੁਰਮੁਖੋ ਬੜਾ ਉੱਚਾ ਹੈ, ਕੀਰਤਨ ਦਾ ਘਰ ਬੜਾ ਉੱਚਾ ਹੈ। ਪਾਤਸ਼ਾਹ ਜੀ ਕਹਿ ਰਹੇ ਹਨ ਜਦੋਂ ਭਾਵਨਾ ਦੇ ਨਾਲ ਸੁਣੇਗਾ ਤੇਰੇ ਅੰਦਰ ਦੇ ਮਨ ਦੇ ਵਿੱਚ ਲੱਗੀਆਂ ਹੋਈਆਂ ਵਿਕਾਰਾਂ ਦੀਆਂ ਢੇਰੀਆਂ ਰੋੜ ਕੇ ਲੈ ਜਾਵੇਗਾ। ਜਿਵੇਂ ਗੁਰਮੁਖੋ ਜ਼ੋਰ ਦਾ ਮੀਂਹ ਆਇਆ ਗਲੀਆਂ ਸਾਫ਼ ਕਰ ਦਿੰਦਾ ਹੈ, ਸਭ ਕੂੜਾ ਕਰਗਟ ਰੋੜ ਕੇ ਲੈ ਜਾਂਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ ਚੇਤਾ ਰੱਖੀ ਤੇਰੇ ਮਨ ਦੇ ਵਿੱਚੋਂ ਵਿਕਾਰਾਂ ਨੂੰ ਰੋੜ ਕੇ ਲੈ ਜਾਵੇਗਾ। ਤੀਜੀ ਬਾਤ ਸਤਿਗੁਰਾਂ ਨੂੰ ਕਹੀ ਦਾਤਾ ਜੀ ਹੁਣ ਕਥਾ ਦੀ ਪਰਿਭਾਸ਼ਾ ਵੀ ਸਮਝਾ ਦਿਓ। ਕਥਾ ਦੀ ਪਰਿਭਾਸ਼ਾ ਸਤਿਗੁਰਾਂ ਨੇ ਸਮਝਾਈ, ਕਥਾ ਉਹ ਮੋਹਲੇ ਧਾਰ ਬਰਸਾਤ ਹੈ ਜਦੋਂ ਇੱਕ ਇੱਕ ਕਣੀ ਡਿੱਗਦੀ ਹੈ ਉਹ ਧਰਤੀ ਦੇ ਵਿੱਚ ਧੱਸਦੀ ਜਾਂਦੀ ਹੈ। ਇੱਕ ਇੱਕ ਕਣੀ ਡਿੱਗਦੀ ਹੈ ਕਿਉਂਕਿ ਗੁਰਮੁਖੋ ਇੱਕ ਇੱਕ ਕਣੀ ਡਿੱਗੀ ਸਤਿਗੁਰੂ ਜੀ ਕਹਿ ਰਹੇ ਹਨ ਉਹ ਮੋਹਲੇ ਧਾਰ ਬਰਸਾਤ ਹੈ। ਤੇ ਜਦੋਂ ਇੱਕ ਇੱਕ ਕਣੀ ਡਿੱਗੇਗੀ ਧਰਤੀ ਵਿੱਚ ਧੱਸੇਗੀ। ਸਤਿਗੁਰੂ ਜੀ ਕਹਿ ਰਹੇ ਹਨ ਗੁਰੂ ਕੀ ਬਾਣੀ ਦਾ ਐਸਾ ਰਸ ਹੈ ਕਥਾ ਦਾ, ਜਦੋਂ ਇੱਕ ਇੱਕ ਲਫ਼ਜ਼ ਨੂੰ ਪਿਆਰ ਦੇ ਨਾਲ ਸੁਣੇਗਾ ਤੇਰੇ ਅੰਦਰ ਬਹਿੰਦਾ ਜਾਵੇਗਾ। ਇੱਕ ਇੱਕ ਲਫ਼ਜ਼ ਨੂੰ ਟਿਕਾਓ ਦੇ ਨਾਲ ਸੁਣੇਗਾ ਅੰਦਰ ਧੱਸਦਾ ਜਾਵੇਗਾ। ਕਹਿ ਰਹੇ ਹਨ ਗੁਰੂ ਕੀ ਬਾਣੀ ਉਹ ਕਥਾ ਹੈ, ਉਹ ਰਸ ਹੈ। ਪਰ ਭਾਗਾਂ ਵਾਲਿਓ ਸਾਨੂੰ ਬਾਣੀ ਦੀ ਸਮਝ ਹੋਵੇ ਕਥਾ ਦਾ ਰਸ ਤਾਂ ਆਵੇਗਾ। ਜੇ ਸਾਨੂੰ ਬਾਣੀ ਦੀ ਸਮਝ ਹੋਵੇਗੀ ਕਥਾ ਦਾ ਰਸ ਤਾਂ ਆਵੇਗਾ। ਸਤਿਗੁਰੂ ਜੀ ਕਹਿ ਰਹੇ ਹਨ ਜੇ ਬਾਣੀ ਦੇ ਅਰਥਾਂ ਦਾ ਨਾ ਪਤਾ ਹੋਵੇਗਾ, ਜੇ ਭਾਗਾਂ ਵਾਲਿਓ ਇੱਕ ਬਿੰਦੀ ਅਸੀਂ ਲਾ ਦਿੱਤੀ ਤੇ ਸਾਹਿਬ ਕਹਿ ਰਹੇ ਹਨ ਅਰਥ ਤੋਂ ਅਨਰਥ ਬਣ ਜਾਵੇਗਾ। ਜੇ ਅਸੀਂ ਸੰਸਕਾਰ ਸ਼ਬਦ ਪੜ੍ਹਦੇ ਹਾਂ ਤੇ ਭਾਗਾਂ ਵਾਲਿਓ ਬਿੰਦੀ ਹਟ ਗਈ ਤੇ ਬਣ ਜਾਵੇਗਾ ਸੰਸਕਾਰ। ਸਤਿਗੁਰਾਂ ਨੇ ਇੱਕ ਬਿੰਦੀ ਤੋਂ ਵੀ ਸਾਨੂੰ ਦੱਸਣਾ ਕੀਤਾ, ਪਹਿਲੋਂ ਬਾਣੀ ਦੀ ਸਮਝ ਰੱਖ ਫਿਰ ਕਥਾ ਵਿਚਾਰ ਦੀ ਤੈਨੂੰ ਸਮਝ ਆ ਜਾਵੇਗੀ। ਅਸੀਂ ਸ਼ਬਦ ਪੜ੍ਹਦੇ ਹਾਂ ਔਖੀ ਘੜੀ ਨਾ ਦੇਖਣ ਦੇਈ, ਉੱਥੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ। ਅਸੀਂ ਪੜ੍ਹਨਾ ਹੈ ਔਖੀ ਘੜੀ ਨਾ ਦੇਖਣ ਦੇਈ। ਰੱਬ ਆਪਣੇ ਪਿਆਰਿਆਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਉੱਥੇ ਸ਼ਬਦ ਬੇਨਤੀ ਰੂਪ ਦੇ ਵਿੱਚ ਹੈ। ਜੇ ਅਸੀਂ ਪੜਾਂਗੇ ਔਖੀ ਘੜੀ ਨਾ ਦੇਖਣ ਦੇਈ, ਦੇਈ ਤੋਂ ਅਸੀਂ ਦੇਈ ਕਰ ਦਿੱਤਾ, ਹੁਕਮ ਹੋ ਜਾਵੇਗਾ। ਸਾਨੂੰ ਔਖੀ ਘੜੀ ਨਾ ਦੇਖਣ ਦੀ ਅਸੀਂ ਗੁਰੂ ਨੂੰ ਹੁਕਮ ਨਹੀਂ ਕਰ ਸਕਦੇ, ਗੁਰੂ ਨੂੰ ਬੇਨਤੀ ਕਰ ਸਕਦੇ ਹਾਂ। ਇਸ ਲਈ ਇੱਕ ਬਿੰਦੀ ਦੇ ਨਾਲ ਵੀ ਭਾਗਾਂ ਵਾਲਿਓ ਗੁਰੂ ਦੀ ਬਾਣੀ ਦਾ ਅਰਥ ਬਦਲ ਜਾਂਦਾ ਹੈ, ਅਰਥ ਦਾ ਅਨਰਥ ਹੋ ਜਾਂਦਾ ਹੈ। ਫਿਰ ਜੇ ਸਾਨੂੰ ਬਾਣੀ ਦਾ ਪਤਾ ਨਹੀਂ ਹੋਵੇਗਾ ਅਰਥ ਕੀ ਸਮਝਾਂਗੇ। ਇਸ ਲਈ ਸਤਿਗੁਰੂ ਜੀ ਦੀ ਬਾਣੀ ਕਹਿ ਰਹੀ ਹੈ ਕਥਾ ਦਾ ਘਰ ਬੜੀ ਦੂਰ ਹੈ,
ਸਹਿਜ ਕਥਾ। ਜਿਸ ਮਨੁੱਖ ਨੇ ਆਪਣੇ ਮਨ ਦੇ ਅੰਦਰ ਸਹਿਜ ਲੈ ਆਂਦਾ, ਸਾਹਿਬ ਕਹਿ ਰਹੇ ਹਨ ਉਸ ਦੇ ਅੰਦਰ ਦੇ ਇਕੱਠ ਨੂੰ ਕਥਿਆ ਨਹੀਂ ਜਾ ਸਕਦਾ, ਅੰਦਰ ਦੇ ਰਸ ਨੂੰ ਤੋਲਿਆ ਮਿਣਿਆ ਨਹੀਂ ਜਾ ਸਕਦਾ, ਅੰਦਰ ਦੇ ਰਸ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਕਰ ਹੈ ਪ੍ਰਭ ਕੀ ਅਤ ਮਿੱਠੀ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ। ਜਿਸ ਮਨੁੱਖ ਨੇ ਗੁਰੂ ਕੇ ਰਸ ਨੂੰ ਚੱਖਿਆ, ਉਸ ਨੂੰ ਗੁਰੂ ਕੇ ਨਾਮ ਦੇ ਰਸ ਦੇ ਵਿੱਚ ਸਵਾਦ ਆਇਆ, ਆਨੰਦ ਆਇਆ ਤੇ ਗੁਰੂ ਕੇ ਨਾਮ ਦੇ ਵਿੱਚ ਰੰਗਿਆ ਗਿਆ ਤੇ ਸਾਹਿਬ ਰੱਬ ਜੀ ਦੇ ਇੱਕ ਇੱਕ ਲਫ਼ਜ਼ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ ਹੈ ਜੀ। ਵਿਰਲੇ ਕਾਹੂ ਨੇਤਰੋਂ ਡਿਠੀ। ਸਤਿਗੁਰੂ ਜੀ ਕਹਿ ਰਹੇ ਹਨ ਹਰ ਇੱਕ ਮਨੁੱਖ ਨੂੰ ਇਹ ਸਮਝ ਨਹੀਂ ਆਈ। ਕਿਸੇ ਵਿਰਲੇ ਮਨੁੱਖ ਨੇ ਕਥਾ ਦਾ ਆਨੰਦ ਲਿਆ, ਕਿਸੇ ਵਿਰਲੇ ਮਨੁੱਖ ਨੇ ਆਪਣੇ ਨੇਤਰਾਂ ਦੇ ਨਾਲ ਗੁਰੂ ਨੂੰ ਅੰਦਰੋਂ ਤੱਕਿਆ, ਕਿਸੇ ਵਿਰਲੇ ਮਨੁੱਖ ਨੇ ਰੱਬ ਜੀ ਦੇ ਦੀਦਾਰ ਕੀਤੇ, ਕਿਸੇ ਵਿਰਲੇ ਮਨੁੱਖ ਨੇ ਰੱਬ ਜੀ ਦੇ ਨਾਲ ਸਾਂਝ ਪਾਏ। ਸਤਿਗੁਰਾਂ ਦੀ ਬਾਣੀ ਇਸੇ ਲਈ ਸਾਨੂੰ ਸਮਝਾ ਰਹੀ ਹੈ, ਗੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ, ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ। ਸਭ ਕਹਿ ਰਹੇ ਹਨ ਸੰਸਾਰ ਦੇ ਵਿੱਚੋਂ ਉੱਤਮ ਮਨੁੱਖ ਵੇਖੇ ਜਾਣ ਵਿਰਲਾ ਹੀ ਹੈ, ਕਰੋੜਾਂ ਵਿੱਚੋਂ ਇੱਕ ਹੈ ਜਿਸ ਨੇ ਸੰਪੂਰਨ ਤੌਰ ਤੇ ਗੁਰੂ ਨੂੰ ਆਪਾ ਸਮਰਪਿਤ ਕਰ ਦਿੱਤਾ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਗੁਰੂ ਵਾਲੇ ਰਸਤੇ ਤੇ ਨਹੀਂ ਤੁਰਨਾ, ਕਿਉਂਕਿ ਬਹੁਤਿਆਂ ਦਾ ਇਹ ਕਹਿਣਾ ਹੁੰਦਾ ਹੈ ਗੁਰੂ ਦਾ ਘਰ ਬੜਾ ਦੂਰ ਹੈ, ਅੰਮ੍ਰਿਤ ਛਕਣਾ ਬੜੀ ਦੂਰ ਹੈ, ਅਸੀਂ ਗੁਰੂ ਕੇ ਰਸਤੇ ਤੇ ਨਹੀਂ ਚੱਲ ਸਕਦੇ। ਭਾਗਾਂ ਵਾਲਿਓ, ਜੇ ਰਸਤੇ ਤੇ ਚੱਲਾਂਗੇ ਹੀ ਨਾ, ਉਸ ਰਸਤੇ ਦਾ ਪਤਾ ਕਿਵੇਂ ਲੱਗੇਗਾ? ਜੇ ਅਸੀਂ ਘਰ ਬੈਠੇ ਕਹੀ ਜਾਈਏ ਹਬੋਰ ਬੜੀ ਦੂਰ ਹੈ, ਜੇ ਘਰ ਤੋਂ ਚੱਲਾਂਗੇ ਨਾ ਤੇ ਹਬੋਰ ਪਹੁੰਚਾਂਗੇ ਕਿਵੇਂ? ਇਸ ਲਈ ਭਾਗਾਂ ਵਾਲਿਓ, ਜੇ ਅਸੀਂ ਉਸ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਾਂ, ਰਸਤੇ ਤੇ ਚੱਲਣਾ ਪਵੇਗਾ। ਜਦੋਂ ਚੱਲਣਾ ਸ਼ੁਰੂ ਕੀਤਾ ਕਠਿਨਾਈਆਂ ਵੀ ਆਉਣਗੀਆਂ ਤੇ ਸਾਹਿਬ ਕਹਿ ਰਹੇ ਹਨ ਹੌਲੀ ਹੌਲੀ ਤੇਰੇ ਅੰਦਰ ਵਿਸ਼ਵਾਸ ਵੀ ਵੱਧਦਾ ਜਾਵੇਗਾ, ਭਰੋਸਾ ਵੀ ਵੱਧਦਾ ਜਾਵੇਗਾ। ਜਦੋਂ ਭਰੋਸਾ ਵੱਧ ਗਿਆ ਫਿਰ ਅੰਦਰ ਦ੍ਰਿੜਤਾ ਵਿਸ਼ਵਾਸ ਪੱਕਾ ਹੋ ਜਾਵੇਗਾ, ਫਿਰ ਕਿਤਨੀਆਂ ਵੀ ਕਠਿਨਾਈਆਂ ਆਉਣ ਮਨੁੱਖ ਡੋਲੇਗਾ ਨਹੀਂ। ਸਤਿਗੁਰਾਂ ਦੀ ਬਾਣੀ ਅੰਦਰ ਵਿਸ਼ਵਾਸ ਹੀ ਭਰ ਰਹੀ ਹੈ, ਅੰਦਰ ਦ੍ਰਿੜਤਾ ਭਰ ਰਹੀ ਹੈ, ਅੰਦਰ ਭਰੋਸਾ ਸਾਡੇ ਭਰ ਰਹੀ ਹੈ। ਇਸ ਲਈ ਸਾਨੂੰ ਆਪਣੀ ਮੱਤ ਨੂੰ ਬਦਲਣਾ ਪਵੇਗਾ। ਗੁਰੂ ਮੱਤ ਬਦਲਣ ਵਾਸਤੇ ਕਹਿ ਰਹੀ ਹੈ, ਮਨ ਨੂੰ ਸੋਹਣਾ ਬਣਾਉਣ ਵਾਸਤੇ ਕਹਿ ਰਹੀ ਹੈ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠਾ ਰੰਗ ਦੀ। ਇਸ ਲਈ ਦਾਤਾ ਜੀ ਕਹਿ ਰਹੇ ਹਨ ਵਿਰਲੇ ਕਾਹੂ ਨੇਤਰੋਂ ਡਿਠੀ। ਕਿਸੇ ਵਿਰਲੇ ਮਨੁੱਖ ਨੇ ਗੁਰੂ ਕੇ ਗਿਆਨ ਨੂੰ ਸਮਝਿਆ, ਕਿਸੇ ਵਿਰਲੇ ਮਨੁੱਖ ਨੇ ਗੁਰੂ ਕੀ ਬਾਣੀ ਨੂੰ ਸਮਝਿਆ। ਰਹਾਉ ਵਾਲੇ ਬੰਦ ਵਿੱਚ ਸਤਿਗੁਰਾਂ ਨੇ ਰਹਿਮਤ ਕੀਤੀ। ਰਹਾਉ ਤੋਂ ਭਾਵ ਰੁਕਣਾ, ਵਿਚਾਰਨਾ, ਸਮਝਣਾ। ਸੁਖ ਮਹਿਲ ਜਾ ਕੇ ਊਚ ਦੁਆਰੇ। ਸਹਿਬ ਕਹਿ ਰਹੇ ਹਨ ਗੁਰੂ ਕੇ ਬਾਣੀ ਦਾ ਐਸਾ ਮਹਿਲ ਹੈ, ਗੁਰੂ ਕੀ ਬਾਣੀ ਦਾ ਐਸਾ ਆਨੰਦ ਹੈ ਤੇ ਇਹ ਆਨੰਦ, ਇਹ ਗੁਰੂ ਕੀ ਬਾਣੀ ਦਾ ਮਹਿਲ ਆਨੰਦ ਦੇ ਨਾਲ ਭਰਪੂਰ ਹੈ, ਰਸ ਦੇ ਨਾਲ ਭਰਪੂਰ ਹੈ। ਜਿਸ ਮਨੁੱਖ ਨੇ ਗੁਰੂ ਕੇ ਚਰਨਾਂ ਵਿੱਚ ਆਏ, ਗੁਰੂ ਨੇ ਗੁਰਮੁਖੋ ਆਨੰਦ ਰੂਪੀ ਮਹਿਲ ਉਸ ਨੂੰ ਦੇ ਦਿੱਤਾ। ਇਸ ਮਹਿਲ ਦੇ ਵਿੱਚ ਰਹਿ, ਆਪਣੇ ਮਨ ਨੂੰ ਇਸ ਮਹਿਲ ਦੇ ਵਿੱਚ ਟਿਕਾ, ਆਨੰਦ ਰੂਪੀ ਮਹਿਲ ਇਸ ਨੂੰ ਦੇ ਦਿੱਤਾ। ਜਾ ਕੇ ਊਚ ਦੁਆਰੇ, ਇਸ ਦੇ ਦਰਵਾਜ਼ੇ ਵੀ ਵੱਡੇ ਵੱਡੇ ਨੇ, ਪਰ ਗੁਰਮੁਖੋ ਇਸ ਦਰਵਾਜ਼ੇ ਤੱਕ ਹਰ ਕੋਈ ਪਹੁੰਚ ਨਹੀਂ ਸਕਿਆ। ਕੋਈ ਵਿਰਲਾ ਮਨੁੱਖ ਇਸ ਉੱਚੇ ਦਰਵਾਜ਼ੇ ਦੇ ਵਿੱਚੋਂ ਆਨੰਦ ਦੇ ਮਹਿਲ ਤੱਕ ਪਹੁੰਚਿਆ। ਆਨੰਦ ਦੇ ਮਹਿਲ ਵਿੱਚ ਰਹਿ ਕੇ ਰਸ ਲੈ ਰਿਹਾ ਹੈ ਜੀ। ਤਾ ਮਹਿ ਵਾਸੈ ਭਗਤ ਪਿਆਰੇ। ਹੁਣ ਸਤਿਗੁਰਾਂ ਨੇ ਜਵਾਬ ਵੀ ਦੇ ਦਿੱਤਾ, ਉੱਥੇ ਕੌਣ ਵਸਦੇ ਨੇ? ਆਨੰਦ ਰੂਪੀ ਮਹਿਲ ਦੇ ਵਿੱਚ ਵਸਦੇ ਕੌਣ ਨੇ? ਇਹ ਉੱਚਾ ਦਰਵਾਜ਼ਾ ਲੰਘੇ ਕੌਣ? ਸਾਹਿਬ ਕਹਿ ਰਹੇ ਹਨ ਤਾ ਮਹਿ ਵਾਸੈ ਭਗਤ ਪਿਆਰੇ। ਉੱਥੇ ਪਿਆਰੇ ਰੱਬ ਜੀ ਦੇ ਭਗਤ ਗਏ, ਪਿਆਰੇ ਰੱਬ ਜੀ ਦੇ ਭਗਤ ਅਵਸਥਾ ਕਰਕੇ ਪਹੁੰਚ ਗਏ। ਸਤਿਗੁਰਾਂ ਨੇ ਕਹਿ ਦਿੱਤਾ ਬੇਗਮਪੁਰਾ ਸ਼ਹਿਰ ਕੋ ਨਾਉ। ਉਸ ਰੱਬ ਜੀ ਦੇ ਮਹਿਲ ਦਾ ਨਾਮ, ਉਸ ਦਰ ਦਾ ਨਾਮ, ਉਸ ਖੰਡ ਦਾ ਨਾਮ ਸਤਿਗੁਰਾਂ ਨੇ ਕਹਿ ਦਿੱਤਾ ਬੇਗਮਪੁਰਾ ਹੈ, ਜਿੱਥੇ ਗਮ ਕੋਈ ਨਹੀਂ, ਜਿੱਥੇ ਟੈਨਸ਼ਨਾਂ ਕੋਈ ਨਹੀਂ, ਜਿੱਥੇ ਸੰਸਾਰ ਦੇ ਰਸਾਂ ਦਾ ਖੁਆਰੀ ਕੋਈ ਨਹੀਂ, ਜਿੱਥੇ ਪਦਾਰਥਾਂ ਦਾ ਮੋਹ ਕੋਈ ਨਹੀਂ, ਉਹ ਬੇਗਮ ਹੈ। ਭਾਵ ਬੇਗਮਪੁਰਾ ਸ਼ਹਿਰ ਕੋ ਨਾਉ। ਦੁੱਖ ਅੰਧੋ ਨਹੀਂ ਤਹਿ ਠਾਉ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਕਹਿਣ ਲੱਗੇ ਉੱਥੇ ਰੱਬ ਜੀ ਦਾ ਆਨੰਦ ਹੀ
ਆਨੰਦ ਹੈ ਜੋ ਸਾਰੇ ਰਸਾਂ ਤੋਂ ਉੱਪਰ ਹੈ। ਇਸ ਲਈ ਭਾਗਾਂ ਵਾਲਿਓ ਗੁਰੂ ਕੀ ਬਾਣੀ ਦਾ ਆਨੰਦ ਲਈਏ, ਗੁਰੂ ਕੀ ਬਾਣੀ ਦਾ ਰਸ ਲਈਏ, ਜੀਵਨ ਵਿੱਚ ਲਾਗੂ ਕਰ ਲਈਏ ਤਾਂ ਕਿ ਲੋਕ ਸੁਖੀਏ ਪਰਲੋਕ ਸਹੇਲੇ ਹੋ ਸਕੀਏ। ਸੋ ਵੱਧ ਤੋਂ ਵੱਧ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਜੀ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਆਪ ਜੁੜੋ, ਆਪਣੇ ਬੱਚਿਆਂ ਸੰਗੀਆਂ ਸਾਥੀਆਂ ਨੂੰ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੋੜੋ ਜੀ ਤਾਂ ਕਿ ਮਾੜੀ ਸੰਗਤ ਤੋਂ ਬਚ ਕੇ ਗੁਰੂ ਕੀ ਸੰਗਤ ਕਰਕੇ ਗੁਰੂ